ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਜੀਓ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ। ਮੂਲ ਰੂਪ ਦੇ ਵਿੱਚ ਸੰਸਕ੍ਰਿਤ ਦੇ ਸ਼ਬਦ ਦੀਪ ਤੋਂ ਬਣਿਆ ਸ਼ਬਦ ਦੀਪਾਵਲੀ, ਅਤੇ ਪੰਜਾਬੀ ਦੇ ਵਿੱਚ ਅਸੀਂ ਦੀਪ ਨੂੰ ਦੀਵਾ ਉਚਾਰਨ ਕਰਦੇ ਹਾਂ ਅਤੇ ਸ਼ਬਦ ਦੀਵਾਲੀ। ਕੁਦਰਤਨ ਸਾਰੇ ਹੀ ਇਸ ਭਾਰਤ ਦੇਸ਼ ਦੇ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਵੱਖ-ਵੱਖ ਧਰਮਾਂ ਨੇ ਵੱਖ-ਵੱਖ ਤਰੀਕੇ ਦੇ ਨਾਲ ਜਾਂ ਫਿਰ ਆਪਣੀ ਮਿੱਥ ਜਾਂ ਇਤਿਹਾਸਕ ਪਰੰਪਰਾ ਦੇ ਵਿੱਚੋਂ ਕੁਝ ਨਾ ਕੁਝ ਘਟਨਾਵਾਂ ਨੂੰ ਲੈ ਕੇ ਇਸ ਦੇ ਨਾਲ ਜੋੜਿਆ ਹੋਇਆ। ਜਿਉਂ-ਜਿਉਂ ਸਮਾਜਿਕ ਮਾਧਿਅਮਾਂ ਦੇ ਰਾਹੀਂ ਲੋਕਾਂ ਦੇ ਵਿੱਚ ਚੇਤਨਤਾ ਵੱਧਦੀ ਜਾਂਦੀ ਹੈ, ਤਿਉਂ-ਤਿਉਂ ਕਿਤੇ ਨਾ ਕਿਤੇ ਇਹ ਆਵਾਜ਼ ਵੀ ਬੁਲੰਦ ਹੁੰਦੀ ਹੈ ਕਿ ਸਾਨੂੰ ਇੰਨੇ ਜ਼ਿਆਦਾ ਬੰਬ ਪਟਾਕੇ ਨਹੀਂ ਚਲਾਉਣੇ ਚਾਹੀਦੇ, ਕਿਉਂਕਿ ਇਹਦੇ ਨਾਲ ਕੁਦਰਤ ਦੇ ਵਿੱਚ ਪ੍ਰਦੂਸ਼ਣ ਪੈਦਾ ਹੁੰਦਾ ਹੈ। ਵੈਸੇ ਵੀ ਅਸੀਂ ਤਾਂ ਉਸ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਹੜੇ ਰਹਿਬਰ ਨੇ, ਜਿਹੜੇ ਆਪ ਨਾਰਾਇਣ ਕਲਾਧਾਰ ਨੇ, ਅਸੀਂ ਤਾਂ ਵੈਸੇ ਵੀ ਉਸ ਗੁਰੂ ਦੇ ਸਿੱਖ ਹਾਂ ਜਿਨ੍ਹਾਂ ਦਾ ਫਰਮਾਨ ਅਸੀਂ ਰੋਜ਼ ਹੀ ਪੜ੍ਹਦੇ ਹਾਂ, ਬਲਿਹਾਰੀ ਕੁਦਰਤ ਵਸਿਆ। ਸੋ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਣ ਵਾਲਾ ਸਿੱਖ ਤਾਂ ਕਦਾਚਿਤ ਵੀ ਇਹ ਨਹੀਂ ਸੋਚਦਾ ਕਿ ਕੁਦਰਤ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਖਿਲਵਾੜ ਕੀਤਾ ਜਾਵੇ। ਬਹੁਤ ਸਾਰੇ ਲੇਖ, ਬਹੁਤ ਸਾਰੇ ਸਰਵੇਖਣ ਪਟਾਕਿਆਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੇ ਨਾਲ, ਪਟਾਕਾ ਫੈਕਟਰੀਆਂ ਦੇ ਵਿੱਚ ਹੋਣ ਵਾਲੇ ਧਮਾਕਿਆਂ ਦੇ ਨਾਲ, ਘਟਨਾਵਾਂ ਦੇ ਨਾਲ, ਔਰ ਇੱਥੋਂ ਤੱਕ ਕਿ ਮੈਂ ਪਿੱਛੇ ਜੇ ਇੱਕ ਲੇਖ ਪੜ੍ਹ ਰਿਹਾ ਸੀ ਕਿ ਬਹੁਤ ਸਾਰੇ ਬੱਚੇ ਜਿਹੜੇ ਕਿ ਕਹਿ ਸਕਦੇ ਹਾਂ ਕਿ ਜਿਸ ਨੂੰ ਅਸੀਂ ਚਾਈਲਡ ਲੇਬਰ ਕਹਿੰਦੇ ਹਾਂ, ਕਿ ਬਾਲ ਅਵਸਥਾ ਦੇ ਵਿੱਚ ਜਿਨ੍ਹਾਂ ਨੂੰ ਫੈਕਟਰੀਆਂ ਦੇ ਵਿੱਚ ਪਟਾਕੇ ਬਣਾਉਣ ਦੇ ਵਾਸਤੇ ਬੱਚਿਆਂ ਨੂੰ ਥੋੜ੍ਹੇ ਪੈਸਿਆਂ ਦੇ ਉੱਪਰ ਨੌਕਰੀ ਉੱਪਰ ਰੱਖਿਆ ਜਾਂਦਾ ਹੈ, ਅਤੇ ਕਿਤੇ ਨਾ ਕਿਤੇ ਛੋਟੇ-ਛੋਟੇ ਧਮਾਕਿਆਂ ਦੇ ਵਿੱਚ ਘਾਤਕ ਰਸਾਇਣਾਂ ਦੇ ਨਾਲ ਜਾਂ ਬਰੂਦ ਦੇ ਨਾਲ ਆਪਣੀਆਂ ਅੱਖਾਂ ਵੀ ਗਵਾ ਬਹਿੰਦੇ ਨੇ ਅਤੇ ਬਹੁਤ ਸਾਰੇ ਬੱਚੇ ਅੰਗਹੀਣ ਵੀ ਹੋ ਜਾਂਦੇ ਨੇ। ਸੋ ਇਹ ਇੱਕ ਵੱਖਰਾ ਵਿਸ਼ਾ ਹੈ। ਜਿਸ ਵਿਸ਼ੇ ਦੀ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਉਹ ਇਹ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਇਸ ਤਿਉਹਾਰ ਨੂੰ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਅਤੇ ਅਕਸਰ ਅਸੀਂ ਵੇਖਦੇ ਹਾਂ ਕਿ ਉਸ ਦਿਨ ਤਕਰੀਬਨ ਜਿੰਨੇ ਕੁ ਸਮੇਂ ਤੋਂ ਮੈਂ ਹੋਸ਼ ਸੰਭਾਲੀ ਹੈ ਜਾਂ ਮੈਨੂੰ ਥੋੜ੍ਹਾ ਬਹੁਤਾ ਇਸ ਵਿਸ਼ੇ ਦੇ ਉੱਪਰ ਪੜ੍ਹਨ ਦਾ, ਸਮਝਣ ਦਾ ਮੌਕਾ ਮਿਲਿਆ, ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰ ਅਕਸਰ ਪੜ੍ਹੀ ਜਾਂਦੀ ਹੈ, ਦੀਵਾਲੀ ਦੀ ਰਾਤ ਦੀਵੇ ਬਾਲੀਨ। ਤਾਂ ਕੁਦਰਤਨ ਜਦੋਂ ਅਸੀਂ ਸਾਰੇ ਉਸ ਵਾਰ ਨੂੰ ਸੁਣਦੇ ਹਾਂ ਤਾਂ ਉਸ ਦੇ ਅੰਤਰੀਵ ਭਾਵ ਤੋਂ ਜਾਣੂ ਨਾ ਹੋਣ ਕਰਕੇ ਸਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਉਸ ਵਾਰ ਦੇ ਵਿੱਚੋਂ ਇਹੀ ਉਸ ਦੇ ਅਰਥ ਭਾਵ ਪੈਦਾ ਹੁੰਦੇ ਨੇ ਕਿ ਦੀਵਾਲੀ ਦੀ ਰਾਤ ਸਾਨੂੰ ਸਾਰਿਆਂ ਨੂੰ ਦੀਵੇ ਬਾਲਣੇ ਚਾਹੀਦੇ ਨੇ, ਜਾਂ ਇਸ ਵਾਰ ਦੇ ਵਿੱਚ ਦੀਵੇ ਬਾਲਣ ਦਾ ਜਿਹੜਾ ਸੰਦੇਸ਼ ਜਾਂ ਉਪਦੇਸ਼ ਦਿੱਤਾ ਗਿਆ, ਦੀਵਾਲੀ ਦੀ ਰਾਤ ਦੀਵੇ ਬਾਲੀਏ। ਪਰ ਇੱਥੇ ਇੱਕ ਗੱਲ ਸਮਝਣ ਵਾਲੀ ਹੈ ਕਿ ਜਿਹੜੀਆਂ ਵਾਰਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਦੀਆਂ, ਜਾਂ ਜਿਹੜੇ ਕਵਿੱਤ ਵੀ ਨੇ ਇੱਥੋਂ ਤੱਕ, ਜੇਕਰ ਤੇ ਉਹਨਾਂ ਦਾ ਅਧਿਐਨ ਕਰਨ ਦਾ ਮੌਕਾ ਮਿਲੇ, ਬਹੁਤ ਸਾਰੇ ਵੀਰ ਗੁਰਬਾਣੀ ਦੇ ਗਿਆਤਾ ਜਾਂ ਗੁਰਬਾਣੀ ਵਿਆਕਰਨ ਦੇ ਗਿਆਤਾ ਜਾਂ ਗੁਰਬਾਣੀ ਦੇ ਅੰਤਰੀ ਭਾਵਾਂ ਨੂੰ ਸਮਝਣ ਵਾਲੇ ਵੀ ਹੁੰਦੇ ਨੇ। ਕਿਤੇ ਥੋੜ੍ਹਾ ਗਹਿਰ ਚਿੰਤਨ ਕਰਨ ਦਾ ਸਾਨੂੰ ਮੌਕਾ ਮਿਲੇ ਤਾਂ ਬੜਾ ਸਪਸ਼ਟ ਹੋ ਜਾਂਦਾ ਹੈ ਕਿ ਬੇਸ਼ੱਕ ਕਈ ਵਾਰ ਵਾਰਾਂ ਦੀ ਇੱਕ ਪੰਕਤੀ ਦੇ ਵਿੱਚ ਪ੍ਰਮਾਣ ਸਮਝਾਉਣ ਦੇ ਵਾਸਤੇ ਦਿੱਤਾ ਗਿਆ ਹੈ, ਪਰ ਉਸ ਦਾ ਜਿਹੜਾ ਅੰਤਰੀਵ ਭਾਵ ਹੈ, ਜਿਸ ਨੂੰ ਤੁਸੀਂ ਸੈਂਟਰਲ ਆਈਡੀਆ ਕਹਿ ਸਕਦੇ ਹੋ, ਮੇਨ ਆਈਡੀਆ ਕਹਿ ਸਕਦੇ ਹੋ, ਉਹ ਜਿਹੜਾ ਅੰਤਰੀਵ ਭਾਵ ਹੈ ਕਿ ਸਮੁੱਚੀ ਜਿਹੜੀ ਵਾਰ ਹੈ ਉਸ ਤੋਂ ਸਮਝ ਕੀ ਲੈਣੀ ਹੈ, ਸੋਝੀ ਕੀ ਲੈਣੀ ਹੈ, ਉਹ ਉਸ ਦੀ ਆਖਰੀ ਪੰਕਤੀ ਦੇ ਵਿੱਚ ਹੁੰਦਾ ਹੈ। ਜਿਸ ਤਰ੍ਹਾਂ ਕਿ ਜਦੋਂ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰਬਾਣੀ ਦਾ ਪਾਠ ਕਰਦੇ ਹਾਂ ਤਾਂ ਤਕਰੀਬਨ ਬਹੁਤ ਸਾਰੇ ਵਿਦਵਾਨਾਂ ਦਾ ਮਤ ਹੈ ਕਿ ਗੁਰਬਾਣੀ ਦੇ ਸ਼ਬਦ ਦਾ ਜਿਹੜਾ ਅੰਤਰੀਵ ਭਾਵ ਹੈ ਉਹ ਰਹਾਉ ਵਾਲੀ ਤੁਕ ਦੇ ਵਿੱਚ ਹੁੰਦਾ ਹੈ। ਬਹੁਤ ਸ਼ਬਦ ਐਸੇ ਵੀ ਨੇ ਗੁਰਬਾਣੀ ਦੇ ਵਿੱਚ 2 ਜਗ੍ਹਾ ਦੇ ਉੱਪਰ ਵੀ ਰਹਾਉ ਆਉਂਦਾ ਹੈ, ਪਰ ਆ ਜਾ ਕੇ ਇਹੀ ਮੰਨਿਆ ਜਾਂਦਾ ਹੈ ਕਿ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਦੀ ਜਿਹੜੀ ਉਚਾਰੀ ਬਾਣੀ ਹੈ ਉਸ ਦਾ ਜਿਹੜਾ ਰਹਾਉ ਦੀ ਜਿਹੜੀ ਪੰਕਤੀ ਹੈ ਉਸ ਦੇ ਵਿੱਚ ਉਸ ਦਾ ਅੰਤਰੀਵ ਭਾਵ ਹੁੰਦਾ ਹੈ। ਪਰ ਜਦੋਂ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਦੀ ਇਸ ਵਾਰ ਦੀ ਆਖਰੀ ਪੰਕਤੀ ਨੂੰ ਛੱਡ ਕੇ
ਉਹਦੀ ਪਹਿਲੀ ਪੰਕਤੀ ਜਿਹੜੀ ਹੈ, ਜਿਹੜੀ ਉਹਦੇ ਅੰਤਰੀ ਭਾਵ ਦੇ ਨਾਲ ਕੋਈ ਸੰਬੰਧ ਨਹੀਂ ਰੱਖਦੀ, ਤਾਂ ਜਦੋਂ ਅਸੀਂ ਉਹ ਪੜ੍ਹਦੇ ਹਾਂ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਅਰਥ ਦੇ ਅਨਰਥ ਹੋ ਰਹੇ ਨੇ। ਭਾਈ ਸਾਹਿਬ ਸਿੱਖ ਨੂੰ ਗੁਰਸਿੱਖ ਦੇ ਰੂਪ ਦੇ ਵਿੱਚ ਕੀ ਸਮਝਾਉਣਾ ਚਾਹੁੰਦੇ ਨੇ ਤੇ ਸਾਨੂੰ ਕੀ ਦੱਸਿਆ ਜਾ ਰਿਹਾ, ਉਹਦੇ ਵਿੱਚ ਕੋਹਾਂ ਦਾ ਅੰਤਰ ਹੈ। ਸੋ ਕਹਿਣ ਤੋਂ ਭਾਵ ਉਹੀ ਹੈ ਕਿ ਅਰਥ ਦੇ ਅਨਰਥ ਉਸ ਵੇਲੇ ਹੋ ਜਾਂਦੇ ਨੇ ਜਦੋਂ ਅਸੀਂ ਇਸ ਪੌੜੀ ਦੀ ਅੰਤਮ ਪੰਕਤੀ ਜਿਹੜੀ ਹੈ, ਜਿਹਦੇ ਵਿੱਚ ਇਸ ਸਾਰੀ ਵਾਰ ਦਾ ਅੰਤਰੀ ਭਾਵ ਜਿਹੜਾ ਉਹ ਲੁਕਿਆ ਪਿਆ ਹੈ, ਉਹ ਛੁਪਿਆ ਪਿਆ ਹੈ, ਅਸੀਂ ਉਸ ਨੂੰ ਨਹੀਂ ਗਾਉਂਦੇ, ਉਸ ਦਾ ਗਾਇਨ ਨਹੀਂ ਕਰਦੇ, ਬਲਕਿ ਉਸ ਪੰਕਤੀ ਨੂੰ ਅਸੀਂ ਟੇਕ ਜਾਂ ਕਹਿ ਸਕਦੇ ਹੋ ਕਿ ਆਧਾਰ ਲੈ ਕੇ ਕੀਰਤਨ ਕਰਦੇ ਹਾਂ, ਜਿਹਦੇ ਵਿੱਚ ਇਹੀ ਗੱਲ ਆ ਜਾਂਦੀ ਹੈ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਏ। ਪਰ ਜੇਕਰ ਤੁਸੀਂ ਇਸ ਸਾਰੀ ਵਾਰ ਦੇ ਵਿੱਚ ਆਈ ਇਸ ਪੌੜੀ ਨੂੰ ਪੜ੍ਹੋਗੇ ਤਾਂ ਤੁਸੀਂ ਸਮਝੋਗੇ ਕਿ ਇਹਦੇ ਵਿੱਚ ਦੋ ਚੀਜ਼ਾਂ ਨੂੰ ਬੜੀ ਅਹਿਮੀਅਤ ਦਿੱਤੀ ਗਈ ਹੈ। ਇੱਕ ਤਾਂ ਨਾਸ਼ਵਾਨ ਤੇ ਜਾਂ ਛਿਣ ਪਲ ਦੇ ਵਿੱਚ ਜਿਨ੍ਹਾਂ ਦੀ ਜਿਹੜੀ ਹੋਂਦ ਹੈ ਜਾਂ ਜਿਹੜਾ ਅਕਸ ਹੁੰਦਾ ਹੈ ਜਾਂ ਸਾਡੀ ਦਿਮਾਗ ਦੇ ਵਿੱਚ ਜਿਹੜੀ ਇਮੇਜ ਕ੍ਰੀਏਸ਼ਨ ਬਣੀ ਹੁੰਦੀ ਹੈ, ਉਹ ਬਹੁਤ ਜਲਦੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਤੇ ਸਦੀਵੀ ਆਨੰਦ ਅਤੇ ਸ਼ਾਂਤੀ ਦੇ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਨੇ ਇੱਥੇ ਗੁਰਮੁਖ ਤੇ ਆਮ ਮਨੁੱਖ ਦੀ ਜਿਹੜੀ ਮਾਨਸਿਕ ਅਵਸਥਾ ਹੈ ਉਸ ਦਾ ਬੜਾ ਕਹਿ ਸਕਦੇ ਹੋ ਕਿ ਵਿਸਥਾਰ ਸਹਿਤ ਜ਼ਿਕਰ ਕੀਤਾ ਹੈ। ਸੋ ਭਾਈ ਸਾਹਿਬ ਭਾਈ ਗੁਰਦਾਸ ਇਸ ਪੰਕਤੀ ਦੇ ਵਿੱਚ ਕਹਿਣਾ ਕੀ ਚਾਹੁੰਦੇ ਨੇ? ਉਹ ਕਹਿੰਦੇ ਦੀਵਾਲੀ ਦੀ ਰਾਤ ਦੀਵੇ ਬਾਲੀਏ। ਜਿਸ ਤਰ੍ਹਾਂ ਦੀਵਾਲੀ ਦੀ ਰਾਤ ਲੋਕਾਂ ਦੇ ਵੱਲੋਂ ਦੀਵੇ ਬਾਲੇ ਜਾਂਦੇ ਨੇ, ਹੁਣ ਉਹ ਰੌਸ਼ਨੀ ਹਮੇਸ਼ਾ ਨਹੀਂ ਰਹਿੰਦੀ, ਉਹ ਉਸੇ ਤਰ੍ਹਾਂ ਹੀ ਰੌਸ਼ਨੀ ਗਵਾਚ ਜਾਂਦੀ ਹੈ, ਲੁਪਤ ਹੋ ਜਾਂਦੀ ਹੈ ਜਾਂ ਫਿਰ ਅੰਧੇਰਾ ਹੋ ਜਾਂਦਾ ਹੈ, ਜਿਵੇਂ ਤਾਰੇ ਜਾਤ ਸਨਾਤ ਅੰਬਰ ਪਾਲੀਨ। ਹੁਣ ਸਨਾਤ ਸ਼ਬਦ, ਤਾਰੇ ਅਸਮਾਨ ਵਿਚਲੇ ਤਾਰੇ, ਸਨਾਤ ਸ਼ਬਦ ਗੁਰਬਾਣੀ ਦੇ ਵਿੱਚ ਕਈ ਅਰਥਾਂ ਦੇ ਰੂਪ ਦੇ ਵਿੱਚ ਆਇਆ, ਪਰ ਮੂਲ ਰੂਪ ਦੇ ਵਿੱਚ ਜੇਕਰ ਸਮਝਣਾ ਹੋਵੇ ਤਾਂ ਪਹਿਲਾ ਹੈ ਸੰਕੀਰਨ ਜਾਤੀ। ਸਨਾਤ ਨਾਨਕ ਨਾਵੈ ਬਾਝ ਸਨਾਤ, ਕਿ ਨਾਮ ਤੋਂ ਬਿਨਾਂ ਮਨੁੱਖ ਸੰਕੀਰਨ ਜਾਤੀ ਦਾ ਹੈ ਜਾਂ ਨੀਵੀਂ ਜਾਤੀ ਦਾ ਹੈ। ਸੋ ਇਸ ਸ਼ਬਦ ਤੋਂ ਇਹ ਵੀ ਤਕਰੀਬਨ ਸਪਸ਼ਟ ਹੋ ਜਾਂਦਾ ਹੈ ਕਿ ਕੋਈ ਜਾਤ ਕਰਕੇ ਉੱਚਾ ਨੀਵਾਂ ਨਹੀਂ ਹੈ। ਜਿਹੜਾ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੈ ਉਹ ਉੱਚਾ ਹੈ, ਤੇ ਨਾਮ ਤੋਂ ਬਾਅਦ ਜਿਹੜਾ ਨਾਮ ਜਿਹਦੇ ਹਿਰਦੇ 'ਚ ਨਹੀਂ ਵਸਿਆ ਉਹ ਜਿਹੜਾ ਸਨਾਤ ਹੈ, ਭਾਵ ਕਿ ਉਹ ਸੰਕੀਰਨ ਜਾਤੀ ਦਾ ਹੈ। ਦੂਸਰਾ ਇਸ ਦਾ ਜਿਹੜਾ ਅਰਥ ਹੈ ਉਹ ਸੰਸਕ੍ਰਿਤ ਦੇ ਵਿੱਚੋਂ ਹੈ, ਜਿਸ ਦਾ ਭਾਵ ਹੈ ਸਰਨਾਤਾ, ਸੋਹਣਾ ਤੇ ਨਹਾਤਾ ਹੋਇਆ, ਭਾਵ ਕਿ ਜਦੋਂ ਕੱਪੜੇ ਨੂੰ ਧੋਤਾ ਜਾਂਦਾ ਹੈ ਤਾਂ ਉਸ ਕਿਸੇ ਵੀ ਮੈਲੇ ਦੇ ਕੱਪੜੇ ਦੇ ਉੱਪਰੋਂ ਜਦੋਂ ਸਾਰੇ ਦਾਗ ਸਾਫ਼ ਹੋ ਜਾਂਦੇ ਨੇ ਤੇ ਉਸ ਨੂੰ ਕਿਹਾ ਜਾਂਦਾ ਹੈ ਸਨਾਤ, ਭਾਵ ਕਿ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਧੋਤਾ ਹੋਇਆ ਬਸਤਰ ਜਾਂ ਤਨ, ਜਿਸ ਦੇ ਉੱਪਰੋਂ ਸਾਰੇ ਜਿਹੜੇ ਦਾਗ ਆ ਉਹ ਲੱਥ ਗਏ ਹੋਣ। ਅਗਲੀ ਗੱਲ ਉਹ ਕਰਦੇ ਨੇ ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਨ। ਫੁੱਲ ਖਿੜਦੇ ਨੇ ਬਾਗ ਦੇ ਵਿੱਚ, ਬਗੀਚੇ ਦੇ ਵਿੱਚ ਅਸੀਂ ਜਾਂਦੇ ਹਾਂ, ਬੜੇ ਸੋਹਣੇ ਲੱਗਦੇ ਨੇ, ਪਰ ਉਹ ਫੁੱਲਾਂ ਦਾ ਜਿਹੜਾ ਖਿੜਨਾ ਹੈ ਉਹ ਹਮੇਸ਼ਾ ਨਹੀਂ ਰਹਿੰਦਾ, ਜਾਂ ਤੇ ਉਹ ਆਪਣੇ ਵਕਤ ਦੇ ਨਾਲ ਆਪਣੇ ਆਪ ਹੀ ਮੁਰਝਾ ਜਾਂਦੇ ਨੇ, ਤੇ ਜਾਂ ਫਿਰ ਮਾਲੀ ਆਉਂਦਾ ਹੈ ਤੇ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਵੇਚਣ ਦੇ ਵਾਸਤੇ ਲੈ ਕੇ ਚਲਾ ਜਾਂਦਾ ਹੈ। ਫਿਰ ਅਗਲੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਤੀਰਥ ਜਾਤੀ ਜਾਤ ਨੈਣ ਨਿਹਾਲੀਨ। ਯਾਤਰੀ ਤੀਰਥ ਯਾਤਰਾ ਦੇ ਉੱਪਰ ਜਾਂਦੇ ਨੇ, ਤੀਰਥ ਤੇ ਪਹੁੰਚਦੇ ਨੇ, ਜਿਹੜਾ ਵੀ ਉਹਨਾਂ ਦੇ ਧਰਮ ਦੇ ਅਨੁਸਾਰ ਉਹਨਾਂ ਨੂੰ ਆਪਣੀ ਮੁਕੱਦਸ ਜਗ੍ਹਾ ਲੱਗਦੀ ਹੈ, ਜਿਹੜਾ ਤੀਰਥ ਲੱਗਦਾ ਹੈ ਉਸ ਤੀਰਥ ਦੇ ਦੀਦਾਰ ਕਰਦੇ ਨੇ, ਪਰ ਹਮੇਸ਼ਾ ਉੱਥੇ ਨਹੀਂ ਰਹਿੰਦੇ, ਭਾਵ ਕਿ ਉਹ ਜਿਹੜਾ ਤੀਰਥ ਦਾ ਅਕਸ ਹੈ ਕੁਛ ਚਿਰ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਵਸਿਆ ਹੁੰਦਾ ਹੈ, ਪਰ ਜੇਕਰ ਉੱਥੋਂ ਕੋਈ ਸਿੱਖਿਆ ਲੈ ਕੇ ਨਹੀਂ ਆਉਂਦੇ ਤੇ ਥੋੜ੍ਹੇ ਸਮੇਂ ਤੋਂ ਬਾਅਦ ਉਸ ਤੀਰਥ ਦੀਆਂ ਯਾਦਾਂ ਹੌਲੀ ਹੌਲੀ ਜਿਹੜੀਆਂ ਨੇ ਮਾਨਸਿਕਤਾ ਦੇ ਵਿੱਚੋਂ ਮਨਫੀ ਹੋ ਜਾਂਦੀਆਂ ਨੇ, ਤੇ ਜਿਉਂ-ਜਿਉਂ ਉਸ ਆਪਣੇ ਮੁਕੱਦਸ ਸਥਾਨ ਤੋਂ ਯਾਤਰੀ ਦੂਰ ਆਈ ਜਾਂਦਾ ਹੈ, ਨੈਣ ਨਿਹਾਲੀਨ, ਹੌਲੀ ਹੌਲੀ ਉਹ ਤੀਰਥ ਜਿਹੜਾ ਸਥੂਲ ਰੂਪ ਦੇ ਵਿੱਚ ਇੱਕ ਤੀਰਥ ਹੈ ਉਹ ਹੌਲੀ ਹੌਲੀ ਉਸ ਦੀਆਂ ਅੱਖਾਂ ਦੇ ਸਾਹਮਣੇ ਉਹ ਲੁਪਤ ਹੁੰਦਾ ਜਾਂਦਾ ਹੈ। ਅਗਲੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਹਰ ਚੰਦਿਓਰੀ ਝਾਤ ਵਸਾਏ ਉਚਾਲੀਨ। ਹਰ ਚੰਦਿਓਰੀ, ਅੰਗਰੇਜ਼ੀ ਦੇ ਵਿੱਚ ਤੁਸੀਂ ਸਰਚ ਕਰਨਾ ਹੋਵੇ ਤਾਂ ਮਿਰਾਜ, ਸਪੈਲ ਮੈਂ ਕਰ ਦਿੰਦਾ MIRAGE, ਇੱਕ ਐਸਾ ਕਹਿ ਸਕਦੇ ਹੋ ਕਿ ਕਾਲਪਨਿਕ ਅਕਸ ਜਿਹੜਾ ਰੇਗਿਸਤਾਨ ਦੇ ਵਿੱਚ ਜਾਂ ਸਮੁੰਦਰ ਦੇ ਕੰਢੇ ਤੇ ਪਈ ਧੁੰਦ ਦੇ ਨਾਲ ਜਿਹੜਾ ਆਕਾਸ਼ ਦੇ ਵਿੱਚ ਪੈਦਾ ਹੁੰਦਾ, ਜਿਸ ਨੂੰ ਜਦੋਂ ਉਹ ਰੇਤ ਦੇ ਵਿੱਚ
ਕਈ ਵਾਰੀ ਇੰਝ ਲੱਗਦਾ ਹੈ ਕਿ ਬਹੁਤ ਸਾਰਾ ਕੋਈ ਪਾਣੀ ਦਾ ਸੋਮਾ ਹੈ, ਉਸ ਦੇ ਵਿੱਚ ਹਰਿਆਲੀ ਵੀ ਹੈ, ਉਸ ਦੇ ਵਿੱਚ ਪਹਾੜ ਵੀ ਹੈ। ਦਰਅਸਲ ਉਹ ਉੱਥੋਂ ਦੀਆਂ ਹਵਾਵਾਂ ਦੇ ਕਰਕੇ ਇੱਕ ਤਰ੍ਹਾਂ ਦੇ ਨਾਲ ਅਕਸ ਪੈਦਾ ਹੁੰਦਾ ਹੈ, ਜਿਸ ਨੂੰ ਮ੍ਰਿਗ ਤ੍ਰਿਸ਼ਨਾ ਵੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਕਈ ਵਾਰੀ ਸਮੁੰਦਰ ਦੇ ਕੰਢੇ ਉੱਪਰ ਪਈ ਜਿਹੜੀ ਧੁੰਦ ਹੁੰਦੀ ਹੈ, ਉਹਦੇ ਵਿੱਚੋਂ ਜਦੋਂ ਸੂਰਜ ਦੀਆਂ ਹਲਕੀਆਂ ਕਿਰਨਾਂ ਜਿਹੜੀਆਂ ਲੰਘਦੀਆਂ ਨੇ, ਇਸ ਦਾ ਜ਼ਿਕਰ ਸਰਦਾਰ ਕਾਹਨ ਸਿੰਘ ਨਾਭਾ ਹੁਣਾਂ ਨੇ ਕਰਨਲ ਜੇਮਸ ਟਾਡ ਦਾ ਹਵਾਲਾ ਦੇ ਕੇ ਕੀਤਾ ਹੈ, ਜਿਨ੍ਹਾਂ ਨੇ ਰਾਜਪੂਤਾਨੇ ਦੇ ਇਤਿਹਾਸ ਦੇ ਉੱਪਰ ਕਾਫੀ ਖੋਜ ਕੀਤੀ। ਉਹ ਕਹਿੰਦੇ ਨੇ ਕਿ ਜੇਮਸ ਟਾਡ ਤਾਂ ਇੱਥੋਂ ਤੱਕ ਲਿਖਦਾ ਹੈ ਕਿ ਮੈਂ ਸਮੁੰਦਰੀ ਜਹਾਜ਼ ਦੇ ਵਿੱਚ ਆ ਰਿਹਾ ਸੀ ਤਾਂ ਜਦੋਂ ਮੈਂ ਆਕਾਸ਼ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਬਣਤਰ ਵੇਖੀ ਕਿ ਜਿਵੇਂ ਆਕਾਸ਼ ਦੇ ਵਿੱਚ ਕੋਈ ਇੱਕ ਸ਼ਹਿਰ ਵਸਿਆ ਹੋਵੇ, ਇਸ ਤਰ੍ਹਾਂ ਦਾ ਅਕਸ ਜਿਹੜਾ ਉਹ ਮੈਨੂੰ ਨਜ਼ਰ ਆ ਰਿਹਾ ਸੀ। ਤਾਂ ਮੈਂ ਤਾਂ ਜਹਾਜ਼ ਦੇ ਵਿੱਚ ਰੌਲਾ ਪਾ ਦਿੱਤਾ ਕਿ ਰੋਕ ਲਵੋ, ਪਰ ਮੈਨੂੰ ਜਹਾਜ਼ ਦਾ ਜਿਹੜਾ ਕੈਪਟਨ ਸੀ ਉਸ ਨੇ ਸਮਝਾਇਆ ਕਿ ਨਹੀਂ, ਇਹ ਅਕਸਰ ਹੋ ਜਾਂਦਾ ਹੈ ਕਿ ਸਮੁੰਦਰ ਦੇ ਕੰਢੇ ਇਵੇਂ ਦੇ ਅਕਸ ਜਿਹੜੇ ਨੇ ਸਾਨੂੰ ਨਜ਼ਰ ਆਉਂਦੇ ਨੇ, ਪਰ ਜਿਉਂ-ਜਿਉਂ ਸੂਰਜ ਦੀਆਂ ਕਿਰਨਾਂ ਤੇਜ਼ ਹੁੰਦੀਆਂ ਨੇ, ਉਹਨਾਂ ਦੀ ਤਪਸ਼ ਵੱਧਦੀ ਹੈ, ਇਹ ਜਿਹੜੇ ਅਕਸ ਹੁੰਦੇ ਨੇ ਹੌਲੀ-ਹੌਲੀ ਆਪਣੇ ਆਪ ਖਤਮ ਹੋ ਜਾਂਦੇ ਨੇ। ਸੋ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਿ ਹਰ ਚੰਦਿਓਰੀ ਝਾਤ, ਹਰ ਚੰਦਿਓਰੀ ਉਹਦੀ ਜਿਹੜੀ ਕਹਿ ਸਕਦੇ ਹੋ ਕਿ ਝਾਤ ਹੈ, ਜਿਹੜੀ ਸਾਨੂੰ ਉਹ ਨਜ਼ਰ ਆਉਂਦੀ ਹੈ, ਵਸਾਏ ਉਚਾਲੀਨ ਬੜੀ ਉੱਚੀ ਨਜ਼ਰ ਆਉਂਦੀ ਹੈ, ਪਰ ਉਹ ਵੀ ਸਦੀਵੀ ਨਹੀਂ ਰਹਿੰਦੀ। ਵੈਸੇ ਜੇਕਰ ਤੁਸੀਂ ਇਸ ਸਾਰਾ ਜਿਸ ਨੂੰ ਅੰਗਰੇਜ਼ੀ ਦੇ ਵਿੱਚ ਮਿਰਾਜ ਕਿਹਾ ਜਾਂਦਾ ਹੈ, ਜੇਕਰ ਤੁਸੀਂ ਇਸ ਨੂੰ ਭਾਰਤੀ ਮਿੱਥ ਜਾਂ ਇਤਿਹਾਸਕ ਪਰੰਪਰਾ ਦੇ ਵਿੱਚ ਪੜ੍ਹਨ ਦਾ ਯਤਨ ਕਰੋਗੇ, ਸਮਝਣ ਦਾ ਯਤਨ ਕਰੋਗੇ, ਤਾਂ ਉਹਦੇ ਵਾਸਤੇ ਇੱਕ ਵੱਖਰੀ ਜਿਹੜੀ ਕਹਾਣੀ ਉਹ ਸਿਰਜੀ ਹੋਈ ਹੈ ਕਿ ਜਿਹੜਾ ਰਾਜਾ ਤ੍ਰਿਸ਼ੰਕੂ ਸੀ, ਉਸ ਦਾ ਪੁੱਤਰ ਹਰੀਸ਼ਚੰਦਰ, ਜਿਸ ਨੂੰ ਬਹੁਤ ਜ਼ਿਆਦਾ ਨਿਆਂ ਵਾਲਾ ਜਾਂ ਚੰਗਾ ਇਨਸਾਫ ਕਰਨ ਵਾਲਾ, ਚੰਗੇ ਨੈਤਿਕ ਗੁਣਾਂ ਵਾਲਾ ਰਾਜਾ ਜਿਹੜਾ ਹਰੀਸ਼ਚੰਦਰ ਗਿਣਿਆ ਜਾਂਦਾ ਹੈ। ਕਹਿੰਦੇ ਕਿ ਉਹ ਆਪਣੇ ਸ਼ਹਿਰ ਦੇ ਸਾਰੇ ਨਗਰ ਵਾਸੀਆਂ ਸਮੇਤ ਸਵਰਗ ਦੇ ਵਿੱਚ ਚਲਾ ਗਿਆ, ਅਤੇ ਸਵਰਗ ਦੇ ਵਿੱਚ ਜਾ ਕੇ ਨਾਰਦ ਮੁਨੀ ਨੇ ਉਸ ਨੂੰ ਕੁਛ ਕਹਿ ਦਿੱਤਾ, ਅਤੇ ਜਦੋਂ ਨਾਰਦ ਮੁਨੀ ਨੇ ਕੁਛ ਉਸ ਨੂੰ ਕਿਹਾ ਤਾਂ ਉਹਦੇ ਮੁਖਾਰਬਿੰਦ 'ਚੋਂ ਜਾਂ ਉਹਦੇ ਮੂੰਹ 'ਚੋਂ ਸੁਭਾਵਕ ਹੀ ਇਵੇਂ ਦੀਆਂ ਗੱਲਾਂ ਨਿਕਲੀਆਂ ਜਿਨ੍ਹਾਂ ਤੋਂ ਉਸ ਦਾ ਜਿਹੜਾ ਅਹੰਕਾਰ ਹੈ ਉਹ ਪ੍ਰਗਟ ਹੁੰਦਾ ਸੀ, ਅਤੇ ਉਸ ਨੂੰ ਸਵਰਗ ਦੇ ਵਿੱਚੋਂ ਕੱਢ ਦਿੱਤਾ ਗਿਆ। ਜਦੋਂ ਉਹ ਸਵਰਗ ਤੋਂ ਹੇਠਾਂ ਨੂੰ ਆ ਰਿਹਾ ਸੀ ਜ਼ਮੀਨ ਵੱਲ, ਤਾਂ ਉਸ ਵੇਲੇ ਉਹਦੇ ਮਨ ਦੇ ਵਿੱਚ ਆਇਆ ਕਿ ਮੇਰੇ ਕੋਲ ਗਲਤੀ ਹੋ ਗਈ ਹੈ, ਅਤੇ ਅੱਧ ਵਿਚਕਾਰ ਹੀ ਉਸ ਨੇ ਪਰਮਾਤਮਾ ਦੇ ਸਾਹਮਣੇ ਆਪਣੀ ਗਲਤੀ ਦਾ ਪ੍ਰਾਸ਼ਚਿਤ ਕੀਤਾ, ਅਤੇ ਉਹ ਜਿਹੜੀ ਨਗਰੀ ਸੀ ਉੱਥੇ ਦੀ ਉੱਥੇ ਰੁਕ ਗਈ। ਸੋ ਜਦੋਂ ਇਹ ਜਿਹੜਾ ਮਿਰਾਸ ਇੱਥੇ ਕੁਝ ਇਲਾਕਿਆਂ ਦੇ ਵਿੱਚ ਨਜ਼ਰ ਆਉਂਦਾ ਸੀ ਤਾਂ ਉਸ ਨੂੰ ਇਹ ਕਿਹਾ ਜਾਂਦਾ ਸੀ, ਜਾਂ ਲੋਕਾਂ ਨੂੰ ਇਹ ਕਹਿ ਕੇ ਸਮਝਾਇਆ ਜਾਂਦਾ ਸੀ ਕਿ ਹਰੀ ਚੰਦਿਓਰੀ, ਭਾਵ ਕਿ ਹਰੀ ਚੰਦ ਦਾ ਉਹ ਨਗਰ ਹੈ ਜਿਹੜਾ ਸਵਰਗ ਦੇ ਵਿੱਚ ਚਲਾ ਗਿਆ ਸੀ ਅਤੇ ਹੁਣ ਉੱਥੋਂ ਵਾਪਸੀ ਦੇ ਉੱਪਰ ਆਉਂਦਾ ਹੋਇਆ ਰਸਤੇ ਦੇ ਵਿੱਚ ਟਿਕ ਗਿਆ ਹੈ। ਸੋ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਭਾਈ ਗੁਰਦਾਸ ਸਮਝਾਉਂਦੇ ਨੇ ਸਾਨੂੰ ਕਿ ਜਿਸ ਤਰ੍ਹਾਂ ਅਸਮਾਨ ਦੇ ਵਿੱਚੋਂ ਤਾਰੇ ਜਿਹੜੇ ਨੇ ਉਹ ਸੂਰਜ ਚੜ੍ਹਨ ਦੇ ਨਾਲ ਲੁਪਤ ਹੋ ਜਾਂਦੇ ਨੇ, ਫੁੱਲ ਜਿਹੜੇ ਨੇ ਉਹ ਬਾਗ ਦੇ ਵਿੱਚੋਂ ਖਤਮ ਹੋ ਜਾਂਦੇ ਨੇ, ਤੀਰਥ ਯਾਤਰੀ ਦੀ ਅੱਖਾਂ ਦੇ ਸਾਹਮਣੇ ਉਹ ਤੀਰਥ ਦਾ ਜਿਹੜਾ ਅਕਸ ਹੈ ਉਹ ਹੌਲੀ ਹੌਲੀ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਸੂਰਜ ਦੀਆਂ ਤੇਜ਼ ਕਿਰਨਾਂ ਹੋਣ ਦੇ ਨਾਲ ਜਿਹੜੀ ਹਰ ਚੰਦਿਓਰੀ ਹੁੰਦੀ ਹੈ ਉਹ ਆਪਣੇ ਆਪ ਹੀ ਅਲੋਪ ਹੋ ਜਾਂਦੀ ਹੈ, ਅਤੇ ਇਸੇ ਤਰ੍ਹਾਂ ਹੀ ਦੀਵਾਲੀ ਦੀ ਰਾਤ ਦੀਵੇ ਬਾਲੀਏ, ਕਿ ਜਦੋਂ ਦੀਵਾਲੀ ਦੀ ਰਾਤ ਨੂੰ ਦੀਵੇ ਬਾਲੇ ਜਾਂਦੇ ਨੇ ਤੇ ਅਕਸਰ ਉਹ ਬੁਝ ਜਾਂਦੇ ਨੇ, ਸਦੀਵੀ ਚਾਨਣ ਨਹੀਂ ਰਹਿੰਦਾ। ਹੁਣ ਅਸੀਂ ਗੱਲ ਕਰਦੇ ਹਾਂ ਕਿ ਸਦੀਵੀ ਚਾਨਣ, ਕਿ ਜਿਹੜਾ ਸਦੀਵੀ ਪ੍ਰਕਾਸ਼ ਹੈ ਉਹ ਕਿਸ ਤਰ੍ਹਾਂ ਰਹਿ ਸਕਦਾ ਹੈ ਮਨੁੱਖ ਦੇ ਜੀਵਨ ਦੇ ਵਿੱਚ, ਅਤੇ ਉਹ ਅਖੀਰ ਦੇ ਵਿੱਚ ਇਸ ਸਾਰੀ ਪੌੜੀ ਦਾ ਅੰਤਰੀਵ ਭਾਵ ਜਿਹੜਾ ਉਹ ਦੱਸਦੇ ਸਮਝਾਉਂਦੇ ਨੇ। ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਨ, ਗੁਰਮੁਖ ਜਿਸ ਨੇ ਗੁਰੂ ਦੇ ਹੁਕਮ ਨੂੰ ਮੰਨਿਆ ਤੇ ਸ਼ਬਦ ਦੀ ਵਿਚਾਰ ਕੀਤੀ, ਉਸ ਨੇ ਆਪਣੀ ਝੋਲੀ ਦੇ ਵਿੱਚ ਸੁੱਖਾਂ ਦੀ ਦਾਤ ਜਿਹੜੀ ਆ ਉਹ ਪਾ ਲਈ, ਜਿਹੜੀ ਸਦੀਵੀ ਤੌਰ ਦੇ ਉੱਪਰ ਥਿਰ ਹੈ। ਸੋ ਇਸ ਕਰਕੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਕਹਿ ਸਕਦੇ ਹੋ ਕਿ ਸਾਡੇ ਸਾਹਮਣੇ ਇਹ ਜਿਹੜੀਆਂ ਗੱਲਾਂ ਨੇ ਉਹ ਸਿਰਜ ਦਿੱਤੀਆਂ ਜਾਂਦੀਆਂ ਨੇ, ਅਤੇ ਦੀਵਾਲੀ ਦੇ ਉੱਪਰ ਵੀ ਤਕਰੀਬਨ ਇਸੇ ਤਰ੍ਹਾਂ ਹੁੰਦਾ ਹੈ ਕਿ ਸਾਡੇ ਜਿਹੜੇ ਕੀਰਤਨੀ ਜਥੇ ਨੇ ਉਹ ਸ਼ਬਦ ਪੜ੍ਹਦੇ ਵੀ ਨਹੀਂ, ਅਤੇ ਮੈਂ ਵੇਖਿਆ ਬਹੁਤ ਸਾਰੇ ਮੰਚਾਂ ਦੇ ਉੱਪਰ ਕੀਰਤਨ ਦਰਬਾਰ ਦੇ ਦੌਰਾਨ ਜਾਂ ਸਮਾਗਮਾਂ ਦੇ ਦੌਰਾਨ ਪ੍ਰਬੰਧਕ ਸਾਹਿਬਾਨ ਦੇ ਵੱਲੋਂ ਵੀ
ਦੀਵਾਲੀ ਦੀ ਰਾਤ ਨੂੰ ਇਹੀ ਮੰਗ ਕੀਤੀ ਜਾਂਦੀ ਹੈ ਕਿ ਇਹ ਸ਼ਬਦ ਪੜ੍ਹਿਆ ਜਾਵੇ ਜ਼ਰੂਰ, ਦੀਵਾਲੀ ਦੀ ਰਾਤ ਦੀਵੇ ਬਾਲੀਏ। ਬੇਸ਼ੱਕ ਸ਼ਬਦ ਪੜ੍ਹਿਆ ਜਾਂਦਾ ਹੈ, ਸੰਗਤ ਦੀ ਵੀ ਸੁਣਨ ਦੇ ਵਿੱਚ ਉਤਸੁਕਤਾ ਹੁੰਦੀ ਹੈ, ਮੰਗ ਹੁੰਦੀ ਹੈ, ਪਰ ਜੇਕਰ ਅਸੀਂ ਇਸ ਸ਼ਬਦ ਦਾ ਅੰਤਰੀਵ ਭਾਵ ਵੇਖਦੇ ਹਾਂ ਤਾਂ ਉਹ ਇਸ ਦੀਵਾਲੀ ਦੀ ਰਾਤ ਦੇ ਨਾਲ ਕਿਤੇ ਵੀ ਮੇਲ ਨਹੀਂ ਖਾਂਦਾ। ਉਹ ਤਾਂ ਹੈ ਕਿ ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਨ। ਸੋ ਗੁਰੂ ਕਿਰਪਾ ਕਰੇ ਅਸੀਂ ਇੰਨੀਆਂ ਛੋਟੀਆਂ ਛੋਟੀਆਂ ਜਿਹੜੀਆਂ ਇਹ ਗੱਲਾਂ ਨੇ ਇਹਨਾਂ ਨੂੰ ਸਮਝ ਸਕੀਏ ਤੇ ਵੱਧ ਤੋਂ ਵੱਧ ਜੋ ਸਾਨੂੰ ਗੁਰੂ ਪਾਤਸ਼ਾਹ ਨੇ ਸੋਝੀ ਬਖਸ਼ਿਸ਼ ਕੀਤੀ ਹੈ ਉਸ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰ ਸਕੀਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਸਤਿਕਾਰ ਸਾਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।